ਹੈਲੋ ਸਟੂਡੈਂਟਸ, ਸੋਸ਼ਲ ਸਾਇੰਸ PSEV YouTube ਚੈਨਲ ਤੇ ਮੈਂ ਹਰਜਿੰਦਰ ਸਿੰਘ ਆਪ ਜੀ ਦਾ ਹਾਰਦਿਕ ਸਵਾਗਤ ਕਰਦਾ ਹਾਂ। ਪਿਛਲੀ ਵੀਡੀਓ ਦੇ ਵਿੱਚ ਆਪਾਂ ਲੈਸਨ ਸਟਾਰਟ ਕੀਤਾ 6th ਕਲਾਸ ਦਾ ਫਸਟ ਅਰਥ ਐਜ਼ ਅ ਮੈਂਬਰ ਆਫ ਸੋਲਰ ਸਿਸਟਮ। ਤਾਂ ਜਿਨ੍ਹਾਂ ਨੇ ਇਸ ਲੈਸਨ ਦਾ ਫਸਟ ਪਾਰਟ ਨਹੀਂ ਦੇਖਿਆ ਉਹ ਪਹਿਲਾਂ ਇਸ ਦਾ ਫਸਟ ਪਾਰਟ ਦੇਖ ਲੈਣ। ਉਸ ਪਾਰਟ ਦਾ ਲਿੰਕ ਆਪ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜਾਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਵੀ ਤੁਸੀਂ ਇਸ ਨੂੰ ਦੇਖ ਸਕਦੇ ਹੋ। ਤਾਂ ਅੱਜ ਆਪਾਂ ਸ਼ੁਰੂਆਤ ਕਰਦੇ ਹਾਂ ਇਸ ਦੇ ਸੈਕੰਡ ਪਾਰਟ ਦੀ। ਫਸਟ ਪਾਰਟ ਦੇ ਵਿੱਚ ਆਪਾਂ ਗੱਲ ਕੀਤੀ ਸੀ ਯੂਨੀਵਰਸ ਦੀ, ਮਿਲਕੀ ਵੇ ਦੇ ਬਾਰੇ ਤੁਹਾਨੂੰ ਦੱਸਿਆ ਸੀ ਮੈਂ, ਆਪਣੀ ਆਕਾਸ਼ ਗੰਗਾ ਗਲੈਕਸੀ ਜਿਹਨੂੰ ਆਪਾਂ ਮਿਲਕੀ ਵੇ ਕਹਿੰਦੇ ਹਾਂ ਇੰਗਲਿਸ਼ ਦੇ ਵਿੱਚ, ਆਪਣੇ ਸੋਲਰ ਸਿਸਟਮ ਦੇ ਬਾਰੇ ਦੱਸਿਆ ਸੀ। ਉਸ ਤੋਂ ਬਾਅਦ ਤੁਹਾਨੂੰ ਮੈਂ ਸਪੇਸ ਬਾਰੇ ਦੱਸਿਆ ਸੀ। ਫਿਰ ਆਪਾਂ ਕੌਂਸਟੇਲੇਸ਼ਨ ਦੀ ਗੱਲ ਕੀਤੀ, ਸਟਾਰਸ ਦੀ ਗੱਲ ਕੀਤੀ, ਸਪਤਰਿਸ਼ੀ ਬਾਰੇ ਤੁਹਾਨੂੰ ਮੈਂ ਦੱਸਿਆ ਸੀ। ਐਂਡ 'ਤੇ ਤੁਹਾਨੂੰ ਮੈਂ ਲਾਈਟ ਈਅਰ ਬਾਰੇ ਦੱਸਿਆ ਸੀ। ਲਾਈਟ ਈਅਰ ਬਾਰੇ ਦੁਬਾਰੇ ਤੁਹਾਨੂੰ ਮੈਂ ਦੱਸ ਦਿੰਦਾ। ਲਾਈਟ ਈਅਰ ਕੀ ਹੈ? ਇੱਕ ਅਜਿਹੀ ਟਰਮ ਹੈ ਜਿਸ ਦਾ ਇਸਤੇਮਾਲ ਜਿਹੜੇ ਸਾਇੰਟਿਸਟ ਨੇ ਉਹ ਆਪਣੇ ਤੋਂ ਜਿਹੜੇ ਬਹੁਤ ਜ਼ਿਆਦਾ ਦੂਰੀ 'ਤੇ ਤਾਰੇ ਨੇ, ਬਹੁਤ ਜ਼ਿਆਦਾ ਦੂਰੀ 'ਤੇ ਗ੍ਰਹਿ ਨੇ, ਉਹਨਾਂ ਨੂੰ ਮਾਪਣ ਲਈ ਕਰਦੇ ਆ, ਕਿਉਂਕਿ ਉਹਨਾਂ ਦੀ ਦੂਰੀ ਇੰਨੀ ਜ਼ਿਆਦਾ ਗੀ ਵੀ ਉਹਨਾਂ ਨੂੰ ਕਿਲੋਮੀਟਰਸ ਦੇ ਵਿੱਚ ਨਹੀਂ ਮਾਪਿਆ ਜਾ ਸਕਦਾ। ਇਸ ਕਰਕੇ ਆਪਾਂ ਉਹਨਾਂ ਦੀ ਦੂਰੀ ਨੂੰ ਲਾਈਟ ਈਅਰ ਦੇ ਥਰੂ ਮਾਪਦੇ ਹਾਂ। ਓਕੇ, ਅੱਜ ਆਪਾਂ ਇਸ ਤੋਂ ਅਗਲਾ ਪਾਰਟ ਕਰਦੇ ਹਾਂ। ਯੂ ਕੈਨ ਜੱਜ ਫਰੋਮ ਦਾ ਡੈਫੀਨੇਸ਼ਨ ਆਫ ਲਾਈਟ ਈਅਰ ਹਾਊ ਫਾਰ ਦਾ ਸਟਾਰਸ ਆਰ ਫਰੋਮ ਦਾ ਅਰਥ। ਤੁਸੀਂ ਲਾਈਟ ਈਅਰ ਦੀ ਡੈਫੀਨੇਸ਼ਨ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ, ਜੱਜ ਕਰ ਸਕਦੇ ਹੋ ਵੀ ਜਿਹੜੇ ਸਟਾਰਸ ਨੇਗੇ ਉਹ ਧਰਤੀ ਤੋਂ ਕਿੰਨੀ ਜ਼ਿਆਦਾ ਦੂਰੀ 'ਤੇ ਹੈ। ਕਿਉਂਕਿ ਜੇ ਨੇੜੇ ਹੁੰਦੇ ਧਰਤੀ ਦੇ, ਮੰਨ ਲਓ ਕਿ ਫਿਰ ਤਾਂ ਆਪਾਂ ਕਿਲੋਮੀਟਰਸ ਦੇ ਵਿੱਚ ਹੀ ਦੂਰੀ ਨੂੰ ਮਾਪ ਦਿੰਦੇ। ਓਕੇ, ਕਿਉਂਕਿ ਜ਼ਿਆਦਾ ਦੂਰੀ 'ਤੇ ਹੈ ਇਸ ਕਰਕੇ ਇਸ ਦੀ ਦੂਰੀ ਹੈ ਜਿਹੜੀ ਉਹ ਸਿਰਫ ਲਾਈਟ ਈਅਰ ਦੇ ਥਰੂ ਹੀ ਆਪਾਂ ਮਾਪ ਸਕਦੇ ਹਾਂ। Some stars are so far that their light reaches the earth in millions of years, while the light of the sun reaches the earth within 8 minutes. ਤਾਂ ਕੁਛ ਤਾਰੇ ਅਜਿਹੇ ਨੇਗੇ ਇੰਨੀ ਜ਼ਿਆਦਾ ਦੂਰੀ 'ਤੇ ਹੈ ਧਰਤੀ ਤੋਂ ਵੀ ਉਹਨਾਂ ਦੀ ਲਾਈਟ ਨੂੰ ਧਰਤੀ ਉੱਤੇ ਪਹੁੰਚਣ ਲੱਗੇ ਹੀ ਮਿਲੀਅਨਸ ਆਫ ਈਅਰਸ ਲੱਗ ਜਾਂਦੇ ਨੇ। ਠੀਕ ਹੈ ਜੀ, ਬਹੁਤ ਜ਼ਿਆਦਾ ਸਾਲ ਲੱਗ ਜਾਂਦੇ ਨੇ। ਪਰ ਜਿਹੜਾ ਆਪਣੇ ਨਜ਼ਦੀਕੀ ਤਾਰਾ ਗਾ ਉਹ ਹੈ ਸਨ, ਸੂਰਜ। ਸੂਰਜ ਦੀ ਲਾਈਟ ਨੂੰ ਵੀ ਧਰਤੀ 'ਤੇ ਪਹੁੰਚਣ ਲੱਗੇ 8 ਮਿੰਟ ਲੱਗ ਜਾਂਦੇ ਨੇ। ਕਿੰਨੇ ਮਿੰਟ ਲੱਗ ਜਾਂਦੇ ਨੇ? 8 ਮਿੰਟਸ। ਫਿਰ ਆਲਦੋ ਇਨ ਕੰਪੈਰੀਜ਼ਨ ਟੂ ਸਟਾਰਸ ਦਾ ਸਨ ਅਪੀਅਰਸ ਵੈਰੀ ਕਲੋਜ਼ ਟੂ ਦਾ ਅਰਥ ਐਂਡ ਇਟਸ ਡਿਸਟੈਂਸ ਇਜ਼ ਮੀਜ਼ਰਡ ਇਨ ਕਿਲੋਮੀਟਰਸ। ਜੇਕਰ ਆਪਾਂ ਹੋਰ ਤਾਰਿਆਂ ਦੀ ਗੱਲ ਕਰੀਏ, ਉਹਨਾਂ ਤਾਰਿਆਂ ਦੇ ਕੰਪੈਰੀਜ਼ਨ ਦੇ ਵਿੱਚ ਜਿਹੜਾ ਸਨ ਹੈ ਉਹ ਧਰਤੀ ਦਾ ਸਭ ਤੋਂ ਨਜ਼ਦੀਕੀ ਤਾਰਾ ਗਾ। ਧਰਤੀ ਦਾ ਨਜ਼ਦੀਕੀ ਤਾਰਾ ਹੋਣ ਦੇ ਕਰਕੇ ਹੀ ਸਨ ਦੀ ਜਿਹੜੀ ਦੂਰੀ ਹੈ, ਸਨ ਦੀ ਜਿਹੜੀ ਮੀਜ਼ਰਮੈਂਟ ਹੈ, ਡਿਸਟੈਂਸ ਆ, ਉਸ ਨੂੰ ਆਪਾਂ ਕਿਲੋਮੀਟਰਸ ਦੇ ਵਿੱਚ ਮਾਪ ਸਕਦੇ ਹਾਂ। ਕਿਉਂਕਿ ਜਿਹੜੇ ਬਾਕੀ ਸਟਾਰਸ ਨੇ, ਬਾਕੀ ਸਟਾਰਸ ਦੀ ਦੂਰੀ ਨੂੰ ਆਪਾਂ ਕਿਲੋਮੀਟਰਸ ਦੇ ਵਿੱਚ ਨਹੀਂ ਮਾਪ ਸਕਦੇ, ਉਸ ਨੂੰ ਆਪਾਂ ਲਾਈਟ ਈਅਰਸ ਦੇ ਵਿੱਚ ਮਾਪ ਸਕਦੇ ਹਾਂ। ਇੰਨੇ ਜ਼ਿਆਦਾ ਦੂਰ ਨੇਗੇ। ਸਿਰਫ ਸਨ ਆ ਜਿਹੜਾ, ਕਿਉਂਕਿ ਧਰਤੀ ਦੇ ਨਜ਼ਦੀਕੀ ਤਾਰਾ ਗਾ। ਓਕੇ, ਇਸ ਕਰਕੇ ਉਸ ਦੀ ਦੂਰੀ ਨੂੰ ਅਸੀਂ ਕਿਸ ਦੇ ਵਿੱਚ ਮਾਪਦੇ ਹਾਂ? ਕਿਲੋਮੀਟਰਸ ਦੇ ਵਿੱਚ ਮਾਪਦੇ ਹਾਂ। ਈਵਨ ਦੈਨ ਦਾ ਡਿਸਟੈਂਸ ਬਿਟਵੀਨ ਸਨ ਐਂਡ ਅਰਥ ਇਜ਼ 15 ਕਰੋੜ ਕਿਲੋਮੀਟਰਸ। ਭਾਵੇਂ ਕਿ ਧਰਤੀ ਦਾ ਸਭ ਤੋਂ ਨਜ਼ਦੀਕੀ ਤਾਰਾ ਗਾ, ਫਿਰ ਵੀ ਇਸ ਦੀ ਦੂਰੀ ਹੈ ਜਿਹੜੀ ਕਿੰਨੀ ਹੈ? 15 ਕਰੋੜ ਕਿਲੋਮੀਟਰ ਹੈ ਧਰਤੀ ਤੋਂ। 15 ਕਰੋੜ ਕਿਲੋਮੀਟਰਸ ਅਵੇ ਫਰੋਮ ਦਾ ਅਰਥ। ਠੀਕ ਹੈ ਨਾ, ਤਾਂ ਇਸ ਕਰਕੇ ਇਸ ਦੀ ਦੂਰੀ ਘੱਟ ਨਹੀਂ ਹੈਗੀ, ਸਗੋਂ ਦੀ ਕਿੰਨੀ ਹੈ? 15 ਕਰੋੜ ਕਿਲੋਮੀਟਰ ਹੈ। ਤਾਂਹੀਓ ਇਸ ਦੀ ਕਿਰਨ ਨੂੰ, ਜਦੋਂ ਧਰਤੀ 'ਤੇ ਪ੍ਰਕਾਸ਼ ਕਿਰਨ ਪੈਂਦੀ ਹੈ ਸੂਰਜ ਦੀ, ਤਾਂ ਇੱਕ ਕਿਰਨ ਨੂੰ ਪਹੁੰਚਣ ਦੇ ਵਾਸਤੇ 8 ਮਿੰਟ ਦਾ ਸਮਾਂ ਲੱਗ ਜਾਂਦਾ ਗਾ। ਓਕੇ, ਸਾਇੰਟਿਸਟ ਹੈਵ ਲੋਕੇਟਡ ਕੌਂਸਟੇਲੇਸ਼ਨ ਦੈਟ ਆਰ 200 ਕਰੋੜ ਕਿਲੋਮੀਟਰਸ ਲਾਈਟ ਈਅਰਸ ਅਵੇ ਫਰੋਮ ਦਾ ਅਰਥ। ਤਾਂ ਜਿਹੜੇ ਸਾਇੰਟਿਸਟ ਨੇ ਉਹਨਾਂ ਨੇ ਅਜਿਹੇ ਵੀ ਸਟਾਰ ਜਾਂ ਅਜਿਹੇ ਵੀ ਕੌਂਸਟੇਲੇਸ਼ਨਸ ਮਾਪਿਆ। ਕੌਂਸਟੇਲੇਸ਼ਨਸ ਤੁਹਾਨੂੰ ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ, ਤਾਰਾ ਮੰਡਲ ਜਿਹੜੇ ਹੁੰਦੇ ਨੇਗੇ, ਵੱਡੇ ਵੱਡੇ ਤਾਰਿਆਂ ਦੇ ਸਮੂਹ ਹੁੰਦੇ ਨੇ, ਅਲੱਗ-ਅਲੱਗ ਤੌਰ ਦੀਆਂ ਉਹਨਾਂ ਨੇ ਆਕਿਰਤੀਆਂ ਹਾਸਲ ਕੀਤੀਆਂ ਹੁੰਦੀਆਂ ਨੇ। ਠੀਕ ਹੈ, ਤਾਂ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ? ਕੌਂਸਟੇਲੇਸ਼ਨਸ ਕਹਿੰਦੇ ਹਾਂ। ਤਾਂ ਸਾਇੰਟਿਸਟ ਨੇ ਅਜਿਹੇ ਵੀ ਕੌਂਸਟੇਲੇਸ਼ਨਸ ਦੇਖੇ ਹੈ ਜਿਹੜੇ ਕਿ 200 ਕਰੋੜ ਲਾਈਟ ਈਅਰ ਦੂਰ ਨੇਗੇ। ਕਿਸ ਤੋਂ? ਪ੍ਰਿਥਵੀ ਤੋਂ। ਤਾਂ ਸੱਚ ਕੌਂਸਟੇਲੇਸ਼ਨਸ ਆਰ ਕਾਲਡ ਗਲੈਕਸੀ ਕਲੈਕਟਿਵਲੀ। ਤਾਂ ਜਦੋਂ ਬਹੁਤ ਸਾਰੇ ਤਾਰਾ ਮੰਡਲ, ਬਹੁਤ ਸਾਰੇ ਤਾਰਿਆਂ ਦੇ ਗਰੁੱਪ ਆਪਸ ਦੇ ਵਿੱਚ ਕਲੈਕਟਿਵਲੀ ਮਿਲ ਜਾਂਦੇ ਨੇਗੇ ਸਮੂਹਿਕ ਰੂਪ ਦੇ ਵਿੱਚ, ਤਾਂ ਉਸ ਨੂੰ ਆਪਾਂ ਕੀ ਕਹਿੰਦੇ ਹਾਂ? ਗਲੈਕਸੀ ਕਹਿੰਦੇ ਹਾਂ। ਓਕੇ, ਧਿਆਨ ਨਾਲ ਸਮਝਦੇ ਜਾਇਓ ਗੱਲ। ਤਾਰਿਆਂ ਦੇ ਬਹੁਤ ਜ਼ਿਆਦਾ ਸਮੂਹ ਹੁੰਦੇ ਨੇਗੇ, ਇੱਕ ਗਲੈਕਸੀ ਦੇ ਵਿੱਚ ਬਹੁਤ ਹੀ ਜ਼ਿਆਦਾ ਤਾਰੇ ਸਮਾਏ ਹੁੰਦੇ ਨੇਗੇ। ਠੀਕ ਹੈ, ਤਾਂ ਤਾਰਿਆਂ ਦੇ ਵੱਖ-ਵੱਖ ਸਮੂਹ ਆਪਸ ਦੇ ਵਿੱਚ ਮਿਲ ਕੇ ਇੱਕ ਵੱਡੀ ਸਾਰੀ ਗਲੈਕਸੀ ਦਾ ਨਿਰਮਾਣ ਕਰਦੇ ਨੇਗੇ। ਓਕੇ ਜੀ, ਦੇਅਰ ਆਰ ਅਪਰੋਕਸੀਮੇਟਲੀ 6000 ਮਿਲੀਅਨ ਸੱਚ ਗਲੈਕਸੀਜ਼ ਇਨ ਦਾ ਯੂਨੀਵਰਸ। ਤਾਂ ਇੱਕ ਅੰਦਾਜ਼ਾ ਲਗਾਇਆ ਜਾਂਦਾ ਗਾ ਵੀ ਤਾਂ ਯੂਨੀਵਰਸ ਦੇ ਵਿੱਚ ਟੋਟਲ ਕਿੰਨੀਆਂ ਗਲੈਕਸੀਜ਼ ਨੇਗੀਆਂ? 6000 ਮਿਲੀਅਨ। ਓਕੇ,
ਤਾਂ ਇੰਨੀਆਂ ਜ਼ਿਆਦਾ ਗਲੈਕਸੀਜ਼ ਨੇ ਜਿਹੜੀਆਂ ਯੂਨੀਵਰਸ ਦੇ ਵਿੱਚ ਪਾਈਆਂ ਜਾਂਦੀਆਂ। ਅਪਰੋਕਸੀਮੇਟਲੀ 100 ਬਿਲੀਅਨ ਸਟਾਰਸ ਆਰ ਦੇਅਰ ਇਨ ਵਨ ਗਲੈਕਸੀ। ਤਾਂ ਇਸੇ ਤਰ੍ਹਾਂ ਹੀ ਅੰਦਾਜ਼ਾ ਲਗਾਇਆ ਜਾਂਦਾ ਗਾ ਵੀ ਉਹਨਾਂ ਦੇ ਵਿੱਚ ਇੱਕ ਗਲੈਕਸੀ ਦੇ ਵਿੱਚ 100 ਬਿਲੀਅਨ ਸਟਾਰਸ ਹੁੰਦੇ ਹੈ। ਓਕੇ, ਤਾਂ ਗਲੈਕਸੀਆਂ ਵੀ ਬਹੁਤ ਜ਼ਿਆਦਾ ਨੇ ਦੇਖੋ, ਠੀਕ ਹੈ। ਆਪਣੀ ਜਿਹੜੀ ਗਲੈਕਸੀ ਹੈ ਉਹ ਤਾਂ ਸਿਰਫ ਇੱਕ ਗਲੈਕਸੀ ਦੇ ਵਿੱਚ ਹੀ ਆਪਣਾ ਮੰਨ ਲਓ ਤਾਰਾ ਮੰਡਲ ਆ ਜਿਹੜਾ ਆਪਣਾ ਸੋਲਰ ਸਿਸਟਮ ਆ ਉਹ ਸਮਾਇਆ ਹੋਇਆ ਹੈਗਾ। ਓਕੇ, ਮਿਲਕੀ ਵੇ ਗਲੈਕਸੀ ਦੇ ਵਿੱਚ। ਪਰ ਜੇਕਰ ਆਪਾਂ ਮਿਲਕੀ ਵੇ ਗਲੈਕਸੀ ਦੀ ਤੁਲਨਾ ਦੇ ਵਿੱਚ ਹੋਰ ਗਲੈਕਸੀਜ਼ ਨੂੰ ਦੇਖੀਏ ਤਾਂ ਬਹੁਤ ਜ਼ਿਆਦਾ ਗਲੈਕਸੀਜ਼ ਨੇ ਜੋ ਬ੍ਰਹਿਮੰਡ ਦੇ ਵਿੱਚ ਪਾਈਆਂ ਜਾਂਦੀਆਂ ਨੇ। ਇੰਨੀਆਂ ਜ਼ਿਆਦਾ ਗਲੈਕਸੀਜ਼ ਨੇਗੀਆਂ ਵੀ ਆਪਾਂ ਉਸ ਨੂੰ ਕਾਊਂਟ ਵੀ ਨਹੀਂ ਕਰ ਸਕਦੇ। ਅਤੇ ਉਹਨਾਂ ਗਲੈਕਸੀਜ਼ ਦੇ ਵਿੱਚ ਬਹੁਤ ਜ਼ਿਆਦਾ ਤਾਰੇ ਨੇਗੇ ਜਿਨ੍ਹਾਂ ਨੂੰ ਆਪਾਂ ਕਾਊਂਟ ਕਦੇ ਵੀ ਨਹੀਂ ਕਰ ਸਕਦੇ। ਉਸ ਤੋਂ ਬਾਅਦ ਫਰੋਮ ਦਿਸ ਯੂ ਕੈਨ ਇਮੈਜਨ ਹਾਊ ਮੈਨੀ ਸਟਾਰਸ ਆਰ ਦੇਅਰ ਇਨ ਆਲ। ਤਾਂ ਇਸ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਵੀ ਸਾਰੇ ਤਾਰੇ ਕਿੰਨੇ ਕੁ ਹੋਣਗੇ। ਬਹੁਤ ਜ਼ਿਆਦਾ ਤਾਰੇ ਵੱਧ ਮਾਤਰਾ ਦੇ ਵਿੱਚ ਹੁੰਦੇ ਆ। A part of galaxy that contains in a million stars and planets is known as ਆਕਾਸ਼ ਗੰਗਾ ਔਰ ਮਿਲਕੀ ਵੇ। ਉਹਨਾਂ ਦੇ ਵਿੱਚੋਂ ਹੀ ਇੱਕ ਅਜਿਹੀ ਗਲੈਕਸੀ ਹੈ ਜਿਸ ਦੇ ਵਿੱਚ ਕੀ ਹੈ ਆਪਣਾ ਸੋਲਰ ਸਿਸਟਮ ਆਉਂਦਾ ਗਾ, ਮਿਲੀਅਨਸ ਆਫ ਸਟਾਰਸ ਨੇ, ਪਲੈਨਟਸ ਨੇ, ਜਿਸ ਨੂੰ ਆਪਾਂ ਕੀ ਕਹਿੰਦੇ ਹਾਂ ਆਕਾਸ਼ ਗੰਗਾ ਕਹਿੰਦੇ ਜਾਂ ਮਿਲਕੀ ਵੇ ਕਹਿੰਦੇ ਆ। ਜਿਵੇਂ ਤੁਹਾਨੂੰ ਦੱਸਿਆ ਵੀ ਆਪਣਾ ਜਿਹੜਾ ਤਾਰਾ ਮੰਡਲ ਹੈ, ਠੀਕ ਹੈ, ਆਪਣਾ ਜਿਹੜਾ ਸੋਲਰ ਸਿਸਟਮ ਹੈ, ਠੀਕ ਹੈ, ਸੋਲਰ ਸਿਸਟਮ ਕਿਸ ਦੇ ਵਿੱਚ ਸਮਾਇਆ ਹੋਇਆ, ਉਹ ਆਕਾਸ਼ ਗੰਗਾ ਦੇ ਵਿੱਚ ਜਾਂ ਮਿਲਕੀ ਵੇ ਗਲੈਕਸੀ ਦੇ ਵਿੱਚ ਸਮਾਇਆ ਹੋਇਆ। A part of Milky Way that consists of 8 planets and sun is called solar system। ਤਾਂ ਮਿਲਕੀ ਵੇ ਦਾ ਇੱਕ ਅਜਿਹਾ ਪਾਰਟ, ਛੋਟਾ ਜਿਹਾ ਪਾਰਟ, ਕਿਉਂਕਿ ਮਿਲਕੀ ਵੇ ਗਲੈਕਸੀ ਬਹੁਤ ਵੱਡੀ ਹੈ ਜਿਹਦੇ ਵਿੱਚ ਆਪਣਾ ਸੋਲਰ ਸਿਸਟਮ ਹੈ, ਤਾਂ ਉਸ ਦੇ ਇੱਕ ਛੋਟੇ ਜਿਹੇ ਪਾਰਟ ਦੇ ਵਿੱਚ ਹੀ ਕੀ ਹੈ ਆਪਣਾ ਸੋਲਰ ਸਿਸਟਮ ਹੈ। ਉਸ ਦੇ ਵਿੱਚ ਆਪਣਾ ਸੂਰਜ ਹੈ ਅਤੇ ਉਸ ਦੇ ਨਾਲ ਨਾਲ ਕਿੰਨੇ ਗ੍ਰਹਿ ਨੇ, 8 ਗ੍ਰਹਿ ਨੇ। ਅਤੇ ਉਸ ਤੋਂ ਇਲਾਵਾ ਉਹਨਾਂ ਗ੍ਰਹਿਾਂ ਦੇ ਪਲੈਨਟਸ ਦੇ ਕੀ ਨੇ, ਉਪਗ੍ਰਹਿ ਵੀ ਹੈ, ਸੈਟੇਲਾਈਟਸ ਵੀ ਨੇਗੇ, ਠੀਕ ਹੈ। ਤਾਂ ਆਪਾਂ ਕੋਲੈਕਟਿਵਲੀ ਕੀ ਕਹਾਂਗੇ, ਇਹਨੇ ਮਿਲਕੀ ਵੇ ਗਲੈਕਸੀ ਦੇ ਵਿੱਚ ਕੀ ਸਮਾਇਆ ਹੋਇਆ ਹੈਗਾ, ਕੀ ਕੰਸਿਸਟ ਕਰਦਾ ਹੈ, ਸਨ, ਪਲੈਨਟਸ ਐਂਡ ਸੈਟੇਲਾਈਟਸ। ਓਕੇ, ਜਿਹੜੇ ਕਿ ਆਪਣੇ ਸੋਲਰ ਸਿਸਟਮ ਦਾ ਇੱਕ ਅੰਗ ਨੇ। ਲੈਟ ਅਸ ਸਟੱਡੀ ਦਾ ਸੋਲਰ ਸਿਸਟਮ। ਚਲੋ ਹੁਣ ਆਪਾਂ ਸੋਲਰ ਸਿਸਟਮ ਦੀ ਸਟੱਡੀ ਕਰਦੇ ਹਾਂ। ਫਸਟ ਆਫ ਆਲ ਵੀ ਸਟੱਡੀ ਵਾਟ ਇਜ਼ ਪਲੈਨਟ। ਸਭ ਤੋਂ ਪਹਿਲਾਂ ਅਸੀਂ ਸਟੱਡੀ ਕਰਦੇ ਹਾਂ, ਸਭ ਤੋਂ ਪਹਿਲਾਂ ਦੇਖਦੇ ਹਾਂ ਵੀ ਪਲੈਨਟ ਕੀ ਹੁੰਦਾ ਹੈਗਾ, ਠੀਕ ਹੈ ਜੀ। ਪਲੈਨਟ ਕੀ ਹੁੰਦਾ ਜਾਂ ਗ੍ਰਹਿ ਕੀ ਹੁੰਦਾ। ਪ੍ਰਿਥਵੀ ਵੀ ਕੀ ਹੈ, ਇੱਕ ਪਲੈਨਟ ਹੈ ਜਿਸ ਦੇ ਉੱਪਰ ਅਸੀਂ ਰਹਿੰਦੇ ਹਾਂ। The word planet in Greek language means all the moving things। ਤਾਂ ਜਿਹੜਾ ਵਰਡ ਪਲੈਨਟ ਹੈ, ਜੇਕਰ ਆਪਾਂ ਗ੍ਰੀਕ ਭਾਸ਼ਾ ਦੇ ਵਿੱਚ ਦੇਖੀਏ ਤਾਂ ਜਿਹੜੀਆਂ ਵੀ ਮੂਵਿੰਗ ਥਿੰਗਸ ਨੇ, ਜਿਹੜੀਆਂ ਵੀ ਘੁੰਮਦੀਆਂ ਹੋਈਆਂ ਚੀਜ਼ਾਂ ਨੇ, ਉਸ ਨੂੰ ਆਪਾਂ ਕੀ ਕਹਿੰਦੇ ਆ, ਪਲੈਨਟਸ ਕਹਿੰਦੇ ਆ। The planets are the solidified gases balls moving around the sun in a particular directions। ਤਾਂ ਪਲੈਨਟਸ ਕੀ ਨੇ, ਇੱਕ ਸੋਲਿਡੀਫਾਈਡ ਗੈਸਿਸ ਨੇ, ਕਹਿਣ ਦਾ ਭਾਵ ਸਖਤ ਵੀ ਨੇ ਪਲੈਨਟਸ ਅਤੇ ਇਸ ਤੋਂ ਇਲਾਵਾ ਗੈਸਾਂ ਦੇ ਰੂਪ ਦੇ ਵਿੱਚ ਵੀ ਹੈ, ਜਿਹੜੇ ਕੀ ਕਰਦੇ ਨੇ, ਮੂਵਿੰਗ ਅਰਾਊਂਡ ਦਾ ਸਨ ਇਨ ਪਾਰਟੀਕੂਲਰ ਡਾਇਰੈਕਸ਼ਨਸ, ਜਿਹੜੇ ਕੀ ਕਰਦੇ ਨੇ, ਸਨ ਦੇ ਆਸੇ ਪਾਸੇ ਚੱਕਰ ਲਗਾ ਰਹੇ ਹੈ ਇੱਕ ਸਪੈਸ਼ਲ ਡਾਇਰੈਕਸ਼ਨਸ ਦੇ ਵਿੱਚ, ਕਿਉਂਕਿ ਉਹਨਾਂ ਦਾ ਆਪਣਾ ਆਪਣਾ ਰਾਸਤਾ ਹੁੰਦਾ। ਜਿਵੇਂ ਪ੍ਰਿਥਵੀ ਹੈ ਸੂਰਜ ਦਾ ਚੱਕਰ ਲਗਾਉਂਦੀ ਹੈ ਇੱਕ ਪਾਰਟੀਕੂਲਰ ਡਾਇਰੈਕਸ਼ਨ ਦੇ ਵਿੱਚ। ਮੈਨੀ ਆਫ ਦਾ ਪਲੈਨਟਸ ਅਪੀਅਰ ਗਲੋਇੰਗ ਡਿਊ ਟੂ ਦਾ ਰਿਫਲੈਕਸ਼ਨ ਆਫ ਦਾ ਸਨਲਾਈਟ। ਤਾਂ ਜਿਹੜੇ ਗ੍ਰਹਿ ਹੁੰਦੇ ਨੇਗੇ ਉਹ ਕੀ ਕਰਦੇ ਨੇ, ਸਨ ਦੀ ਲਾਈਟ ਨੂੰ ਰਿਫਲੈਕਟ ਕਰਦੇ ਹੈ। ਰਿਫਲੈਕਟ ਦੀ ਵਜ੍ਹਾ ਦੇ ਕਰਕੇ ਜਿਹੜੇ ਪਲੈਨਟਸ ਨੇ ਉਹ ਕੀ ਕਰਦੇ ਹੈ, ਚਮਕਦੇ ਹੋਏ ਸਾਨੂੰ ਦਿਖਾਈ ਦਿੰਦੇ ਨੇ। ਤੁਹਾਨੂੰ ਮੈਂ ਦੱਸਿਆ ਸੀਗਾ ਪਿਛਲੀ ਵੀਡੀਓ ਦੇ ਵਿੱਚ, ਜਿਹੜੇ ਪਲੈਨਟਸ ਨੇ, ਜਿਹੜੇ ਗ੍ਰਹਿ ਨੇ, ਉਹਨਾਂ ਦੀ ਆਪਣੀ ਕੋਈ ਲਾਈਟ ਨਹੀਂ ਹੁੰਦੀ। ਉਹ ਕਿਸ ਦੀ ਵਜ੍ਹਾ ਕਰਕੇ ਚਮਕਦੇ ਨੇਗੇ, ਸੂਰਜ ਦੀ ਰੋਸ਼ਨੀ ਦੀ ਵਜ੍ਹਾ ਕਰਕੇ, ਕਿਉਂਕਿ ਸੂਰਜ ਦੀ ਰੋਸ਼ਨੀ ਕਿਹਨਾਂ 'ਤੇ ਪੈਂਦੀ ਹੈ, ਪਲੈਨਟਸ 'ਤੇ ਪੈਂਦੀ ਹੈ, ਜਿਸ ਦੀ ਵਜ੍ਹਾ ਕਰਕੇ ਕੀ ਹੁੰਦੇ ਨੇ, ਪਲੈਨਟਸ ਨੇ ਜਿਹੜੇ ਉਹ ਸਾਨੂੰ ਚਮਕਦੇ ਹੋਏ ਦਿਖਾਈ ਦਿੰਦੇ ਨੇ। ਜੇਕਰ ਆਪਾਂ ਪੁਲਾੜ ਦੇ ਵਿੱਚ ਜਾ ਕੇ, ਸਪੇਸ ਦੇ ਵਿੱਚ ਜਾ ਕੇ ਪ੍ਰਿਥਵੀ ਨੂੰ ਦੂਰੋਂ ਦੇਖਾਂਗੇ ਤਾਂ ਪ੍ਰਿਥਵੀ ਵੀ ਸਾਨੂੰ ਚਮਕਦੀ ਹੋਈ ਦਿਖਾਈ ਦੇਊਗੀ। ਐਸੇ ਤਰ੍ਹਾਂ ਜਿਹੜਾ ਮੂਨ ਹੈ, ਮੂਨ 'ਤੇ ਸਨ ਦੀ ਲਾਈਟ ਪੈਂਦੀ ਹੈ, ਇਸੇ ਵਜ੍ਹਾ ਦੇ ਕਰਕੇ ਉਹ ਸਾਨੂੰ ਚਮਕਦਾ ਹੋਇਆ ਦਿਖਾਈ ਦਿੰਦਾ ਹੈ। ਬਟ ਸਨ ਦੀ ਆਪਣੀ ਲਾਈਟ ਹੈ, ਕਿਉਂ, ਕਿਉਂਕਿ ਸਨ ਆ ਜਿਹੜਾ ਕੀ ਹੈ ਉਹ ਇੱਕ ਸਟਾਰ ਹੈ। ਓਕੇ, ਫਿਰ ਇਨ ਆਵਰ ਸੋਲਰ ਸਿਸਟਮ ਦੇਅਰ ਆਰ 8 ਪਲੈਨਟਸ। ਤਾਂ ਆਪਣੇ ਸੋਲਰ ਸਿਸਟਮ ਦੇ ਵਿੱਚ, ਆਪਣੇ ਸੂਰਜੀ ਪਰਿਵਾਰ ਦੇ ਵਿੱਚ ਕਿੰਨੇ ਗ੍ਰਹਿ ਨੇ, 8 ਗ੍ਰਹਿ ਨੇਗੇ, 8। ਸਨ ਇਜ਼ ਦਾ ਕ੍ਰੀਏਟਰ ਆਫ ਦੀਜ਼ ਪਲੈਨਟਸ। ਤਾਂ ਮੰਨਿਆ ਜਾਂਦਾ ਗਾ ਵੀ ਇਸ ਦਾ ਜਿਹੜਾ ਰਚਨਹਾਰ ਹੈ ਉਹ ਕੌਣ ਹੈਗਾ, ਸਨ ਹੈਗਾ, ਸੂਰਜ ਦੀ ਵਜ੍ਹਾ ਦੇ ਕਰਕੇ ਇਹ ਪਲੈਨਟਸ ਨੇ ਹੋਣ ਦੇ ਵਿੱਚ ਆਏ ਨੇ। ਦੀਜ਼ ਪਲੈਨਟਸ ਆਰ ਨੇਮਡ ਆਫਟਰ ਦਾ ਨੇਮਸ ਆਫ ਗ੍ਰੀਕ ਗੋਡ ਐਂਡ ਗੋਡੈਸ। ਤਾਂ ਇਹਨਾਂ ਪਲੈਨਟਸ ਦੇ ਜੋ ਨਾਮ ਨੇਗੇ ਉਹ ਗ੍ਰੀਕ ਗੋਡ ਅਤੇ ਗੋਡੈਸ ਦੇ ਨਾਮ ਦੇ ਉੱਪਰ ਹੀ ਪਏ ਹੈ।
दे वैरी इन देयर साइज़, अपने साइज़ दे विच की ने वो काफ़ी ज़्यादा भिन्न भिन्न दिखाई दिंदे आ सानूं, मतलब उन्हां दा साइज़ जिहड़ा वड्डा छोटा है, कई ग्रह बहुत ज़्यादा वड्डे है ते कई ग्रह बहुत ज़्यादा छोटे है। ओके, तो उन्हां दे बारे इन्हां ने सानूं दस्सिया होया हैगा, एक चार्ट बनाया होया है। तो नेम ऑफ द प्लैनेट्स दिता होया, फिर डायमीटर दिता उन्हां दा इन किलोमीटर्स, फिर डिस्टेंस फ्रॉम द सन इन मिलियन किलोमीटर्स, फिर नंबर ऑफ सैटेलाइट्स उन्हां दे उपग्रह किन्ने है, इन्हां दे बारे आपां देखदे हां। जिवें फस्ट इन्हां ने दिता मरकरी, ठीक है, मरकरी का डायमीटर है जिहड़ा किन्ना गा 4878 किलोमीटर्स। ओके, डिस्टेंस फ्रॉम द सन किलोमीटर्स दे विच किन्नी है, मिलियन किलोमीटर्स दे विच 58। तो इस दा जिहड़ा सैटेलाइट है, सैटेलाइट का मतलब की हुंदा उपग्रह, जिवें अपना चंद हैगा, मून है, वो की है धरती का, अर्थ का की है एक सैटेलाइट है, उपग्रह है। तो देखो मरकरी का पहले का जोड़ा सब तो नेड़े का ग्रह है चंद उस दे सूरज दे मरकरी, उसका कोई भी सैटेलाइट नहीं है, 0 सैटेलाइट्स है। फिर अगे है वीनस, वीनस का देखो डायमीटर है 12,103 किलोमीटर्स। ओके, तो डिस्टेंस फ्रॉम द सन कितना है इसका 108 मिलियन किलोमीटर्स है, तो इसका भी कोई सैटेलाइट नहीं है। उस तो बाद आ जाता अपना अर्थ, अर्थ का कितना का 12,756 किलोमीटर्स, तो डिस्टेंस फ्रॉम द सन कितना गा 150 किलोमीटर्स मिलियन किलोमीटर्स, तो इसका की है एक सैटेलाइट है, 1 सैटेलाइट है इसका। ओके, किहड़ा सैटेलाइट अपना मून। फिर उस तो बाद आ जाना मार्स, इसकी भी दूरी तुसीं देखो। फिर उस तो ज़्यादा सब तो ज़्यादा बिग जिहड़ा अपना ग्रह हैगा वो किहड़ा गा जुपिटर, जिहड़ा कि सारिਆਂ नालों वड्डा गा, ठीक है। इसका देखो डायमीटर भी बहुत ज़्यादा, लखां दे विच इसका डायमीटर है 1,42,984 किलोमीटर्स, इन्ना ज़्यादा वड्डा गा। तो डिस्टेंस फ्रॉम द सन इन मिलियन किलोमीटर्स कितना गा 778 किलोमीटर्स। तो देखो इसके उपग्रह बहुत ज़्यादा ने, सैटेलाइट्स किन्ने ने इसके, कहने का भाव मून की तरह सैटेलाइट्स किन्ने ने 63 ने गे इसके सब तो ज़्यादा। फिर नैक्सट आ जाता सैटर्न जिस दे आसे पासे की है छल्ले है, सैटर्न के आसे पासे की होंगे ने छल्ले होंगे ने, ठीक है, जिसनों आपां की कहने शनि ग्रह कहने हैं। जुपिटर नूं आपां की कहने बृहस्पति ग्रह पंजाबी दे विच। ओके, तो इस दे देखो सैटर्न के 47 सैटेलाइट्स ने। इस तरह बाकी दे अगे ग्रह ने यूरेनस ते नैपच्यून, इन्हां नूं तुसीं टेबल दे विच चंगी तरह देख लेना। उस तो बाद आपां डायमीटर की गल करते हैं। डायमीटर की हुंदा गा ए लाइन ड्राइन इन द सेंटर ऑफ ए सर्कल थ्रू द पॉइंट्स ऑन द सर्कल इन ऑपोजिट डायरैक्शन। कहने का भाव आपां की करते हैं, सर्कल दे विचों एक लाइन ड्रा करते हैं, ठीक है, उसके ऑपोजिट डायरैक्शन दे विच, जिवें सर्कल है, ठीक है, इस तरह आपां लाइन ड्रा करते हैं ऑपोजिट डायरैक्शन दे विच, एक ही है इसका एक डायमीटर है। ओके जी, फिर अगे देखो फ्रॉम द टेबल गिवन अबव you can easily make out that the Jupiter is the largest planet। तो उपरला असीं टेबल देखिया, उस दे विच तुहानूं मैं दस्सिया सी भी सब तो ज़्यादा वड्डा जिहड़ा ग्रह है वो किहड़ा गा जूपीटर है, जिहड़ा कि लार्जेस्ट प्लैनेट इन द सोलर सिस्टम है। सैटर्न कम्स नैक्सट दैन, उस तो बाद वड्डा ग्रह किहड़ा दस्सिया सी तुहानूं मैं सैटर्न है, ठीक है ना। ऑन द थर्ड द फोर्थ रैंक सैटर्न कम्स नैक्सट, ठीक है, दूसरे नंबर पर किहड़ा आ गया सैटर्न आ गया। ऑन द थर्ड एंड फोर्थ रैंक यूरेनस एंड नैपच्यून, तीसरे नंबर पर किहड़ा गा वड्डा ग्रह यूरेनस है, ठीक है, यूरेनस ग्रह आ गया 7वें नंबर पर है जो। उस तो बाद किहड़ा आ गया नैपच्यून, ठीक है, ये कितवें नंबर पर वड्डा गा चौथे नंबर पर। आपां ग्रहां दी मतलब आकार के तौर पर आप अंदाजा लगाने हैं, इस दे विच दिता होया गा भी सब तो पहले नंबर पर किहड़ा वड्डा ग्रह जूपीटर है, दूसरे नंबर पर किहड़ा गा सैटर्न है, तीसरे नंबर पर वड्डा ग्रह किहड़ा गा यूरेनस है, चौथे नंबर पर वड्डा ग्रह किहड़ा गा नैपच्यून है, ठीक है। आवर अर्थ कम्स ऑन द 5th पोजीशन, तो साडी पृथ्वी का कितवां नंबर आउंदा गा 5वां नंबर आउंदा गा। जेकर आपां ग्रहां दी वड्याई का अंदाजा लगाइए जां उन्हां दा आपां देखिए भी किन्ने क ज़्यादा वड्डे आ ओह, तां अपना ग्रह जिहड़ा पृथ्वी वो किन्नवें नंबर पर आउंदा गा 5वें नंबर पर वड्डा ग्रह आउंदा इन द सोलर सिस्टम। उस तो बाद देखो प्लूटो वाज नोन टू बी स्मॉलेस्ट प्लैनेट, तो अपने सोलर सिस्टम दे विच एक होर भी ग्रह सीगा जिहड़ा कि सब तो ज़्यादा छोटा सी, स्मॉलेस्ट प्लैनेट सीगा, उसका नाम की सी प्लूटो, ठीक है, सब तो ज़्यादा छोटा प्लैनेट सीगा वो, ठीक है। साइंटिस्ट बिलीव दैट इट हैज़ बीन डिसअपीयर्ड, साइंटिस्ट इस गल का अंदाजा लगाते हैं भी वो हुण की हो चुका है, वो अलोप हो चुका है, डिसअपीयर हो चुका है इस समय प्लूटो,
ठीक है। असल ਦੇ ਵਿੱਚ ਅਜਿਹਾ नहीं हैगा, प्लूटो अजे भी चक्कर लगा रहा हैगा, पर ਉਹ ਗ੍ਰਹਿਾਂ ਦਾ ਜਿਹੜਾ ਮਾਪਦੰਡ ਹੈ ਉਸ ਨੂੰ ਪੂਰਾ नहीं करता, जिस करके ਉਸ ਨੂੰ ਗ੍ਰਹਿਾਂ ਦੀ ਸੂਚੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ठीक है। ग्रह क्योंकि की करते हैं, सूरज का चक्कर लगाते हैं, तो अपने रास्ते में जिन्ना भी कुछ मटीरीयल वगैरह आता, उल्का पिंड कॉमेट्स वगैरह जो भी आते हैं उन्होंने अपने वाल की करते हैं, वो खिंचते हैं सैटेलाइट्स जो भी मतलब उल्का पिंड वगैरह आते हैं, सैटेलाइट्स नहीं सॉरी कॉमेट्स वगैरह ओके, तो उन्होंने की करते हैं अपने वाल खिंच लेंगे ने कौन प्लैनेट्स। तो इस व्यास के डायमीटर के भी बहुत ज़्यादा वड्डे होंगे ने ओके। पर जो प्लूटो सीगा वो किसी सब तो ज़्यादा छोटा ग्रह सीगा, वो ना तो किसी उसका गुरुत्वाकर्षण ग्रैविटी भी काफ़ी ज़्यादा घट सी, दूसरिਆਂ ਨੂੰ मान लो ਜਿਹੜੇ कॉमेट्स वगैरह आते सी राह दे विच, जो भी मान लो उल्का पिंड वगैरह आते सी अपने वाल उन्होंने नहीं खिंच सकता सीगा। दूसरी गल ये सी व्यास दे विच बहुत ज़्यादा छोटा सीगा, इस करके उस नूं ग्रहां दी सूची दे विचों बाहर कढ़ दिता गया सी। अगे देखो प्लैनेट्स डू नॉट हैव देयर ओन लाइट एंड हीट, ये तो मैं पहले ही दस चुकिया भी जो प्लैनेट्स ने उन्होंने अपनी कोई लाइट या अपनी कोई गर्मी नहीं होंगी। ऑल दीज प्लैनेट्स गैट लाइट एंड हीट फ्रॉम द सन, तो ये जोड़े प्लैनेट्स ने ये अपनी लाइट तो हीट कितों प्राप्त करते हैं, सन तो प्राप्त करते हैं, क्योंकि सूरज की रोशनी ही की करती है इन्हों चमकाती है। जेकर सूरज की रोशनी ना होगी तो ये चमकते हुए दिखाई नहीं देंगे। इन्हों का अस्तित्व ही किस दी वजह से करके, सूरज की रोशनी की वजह करके है। अपनी धरती के उपर जीवन संभव है, क्यों संभव है, क्योंकि इस दे उपर सूरज की रोशनी पैंदी है, सूरज की गर्मी पैंदी है, इस करके ही इतने जी लाइफ ऑफ पॉसिबल है। द सन इज़ वेरी लार्ज एंड हॉट बट इट्स सवीयर हीट कैनॉट बी फैल्ट ड्यू टू इट्स लॉन्ग डिस्टेंस फ्रॉम द अर्थ। जेकर आप सन नूं देखिए तो सन की है बहुत ज़्यादा वड्डा गा तो बहुत ही ज़्यादा गर्म है। धरती के उपर इस दी हीट की मात्रा उन्नी ज़्यादा नहीं पहुँचती हैगी जिन्नी की ज़्यादा इस दी असल दे विच हीट है। ठीक है, बहुत ज़्यादा गर्म है सूरज है जो, ठीक है। क्यों नहीं पहुँचती उन्नी ज़्यादा हीट धरती के उपर, क्योंकि इसकी दूरी है जी धरती तो वह बहुत ज़्यादा गई दूरी सन की। ठीक है, देखने को आपको एवें लगता भी धरती के बहुत ज़्यादा नज़दीक है सन, पर असल दे विच धरती तो इसकी दूरी काफ़ी ज़्यादा गई। ठीक है, अर्थ इज़ अप्रॉक्सीमेटली 150 मिलियन या फिर 15 करोड़ किलोमीटर्स, तो कितनी दूरी है देखो 15 करोड़ किलोमीटर्स दूरी है धरती के उपरों। ठीक है ना, 15 करोड़ किलोमीटर दूरी है जी सूरज की है धरती के उपरों। ठीक है, इस करके ही सूरज की जी किरण है 8 मिनट के पहुँचती है। ओके, तो प्रॉपर जी लाइट है जी सन की लाइट हैगी या फिर हीट है बहुत ज़्यादा मात्रा के है, जे इन्नी ज़्यादा हीट होवे तो अपने पृथ्वी के उपर जीवन कभी भी नहीं हो सकता सीगा। ठीक है, तो यह किस दे करके है, क्योंकि इन्नी ज़्यादा लाइट तो हीट धरती के उपर नहीं पहुँचती, दूरी के करके है, क्योंकि 15 करोड़ किलोमीटर दूर है सन धरती के नालों। ओके, फिर द मिलियन इज़ ऑफ 10 लाख, तो 1 मिलियन के किन्ने होंगे ने 10 लाख होंगे ने। ओके जी, उस तो बाद इन्होंने दिखाया गया चार्ट दिखाया गया। ठीक है, इस दे विच देखो सन बहुत ज़्यादा वड्डा गा जो, फिर उस तो बाद नेड़ लग रहा है आंदा जमा नेड़ लग रहा है किहड़ा गा वो मरकरी है, फिर आ जाता वीनस आ जाता, फिर अर्थ आ जाती है। ठीक है, उस तो बाद आ जाता मार्स, मार्स तो बाद आ जाता गा जूपीटर। ठीक है, जूपीटर आ जाता, जूपीटर तो बाद किहड़ा आ जाता सैटर्न आ जाता है, फिर आ जाता यूरेनस। ठीक है, उस तो बाद आ जाता है नैपच्यून। ओके जी, प्लूटो जिहड़ा सब तो ज़्यादा दूरी पर है। तो इस तरह ये दिखाया गया। आ देखो नीचे की आ जाता जूपीटर आ जाता है। ठीक है जी, जोड़ा किस तो बाद आ जाता मार्स तो बाद आ जाता है, उस तो बाद कि आ जाता सैटर्न आ जाता उपर, फिर उस तो बाद आ जाता यूरेनस, फिर आ जाता नैपच्यून, सब तो लास्ट कि आ जाता प्लूटो। तो इसनूं ध्यान दे नाल तुसीं देख लेना गा। अगे ये सोलर सिस्टम का अगे चार्ट। अगे देखो बेटा, यू मे थिंक वेयर डिड दिस सन कम फ्रॉम, तुसीं ये सोचते होंगे भी जिहड़ा सन है कित्थों आया, ग्रह कित्थों आए ने, सोलर सिस्टम किवें बनया। ओके, साडे मन दे विच ये बहुत सारे विचार उत्पन्न होंदे नेगे। साइंटिस्ट बिलीव दैट सन इज़ मेड ऑफ द मूविंग गैसेस क्लाउड्स विच इज़ कॉल्ड नैबूला। जिहड़े साइंटिस्ट ने वो ये गल दा अंदाज़ा लगाया उन्होंने भी जिहड़ा कि सी एक बहुत वड्डा बदल सीगा गैसां नाल भरिया होया, जिसका नाम की सी नैबूला सी। ठीक है, वैसे तो मैं दस देना नैबूला सीगा जो वो किसी उहदे विच बहुत सारिया गैसेस सीगियां, पर उन्हां गैसेस दे विच किसी ग्रैविटेशनल फोर्स बहुत ज़्यादा सी।
ठीक है ना। ग्रैविटेशनल फोर्स तो उन्होंने पिछली वीडियो के दसी सी की होंगी, एक खिच होंगी है, खिच जिदे करके चीज़ां एक दूसरे वाल खिच के रहिंदियां ने। ओके, तो उस दे विच की सी ग्रैविटेशनल फोर्स बहुत ज़्यादा सी नैबूला दे विच, जिस दे करके गैसां एक दूसरे का की करन लग गईयां, उत्थे चक्कर लगाउण लग गईयां, ग्रैविटी बहुत ज़्यादा सी। विचाले की बन गया, उसदे सूरज बन गया, तो आसे पासे जो मटीरीयल सी वो की बन गया, अपना जिहड़े प्लैनेट सी वो बन गए। ओके, 8 प्लैनेट्स ਜਾਂ एक प्लूटो छोटा, वो सारे बन गए। ओके, तो टोटल किन्ने प्लैनेट्स ने अपने 9 प्लैनेट्स। वैसे आप प्लूटो ਨੂੰ बाहर कढ़ता, लिस्ट तो साइंटिस्ट्स ने बाहर कढ़ता, इस करके आप 8 प्लैनेट्स आप काउंट करांगे। तो वो किस दी वजह से करके बनया सी, नैबूला की वजह करके। नैबूला की सी एक बहुत सारिया गैसां का एक बदल सी, जिहदे टुटण करके, ठीक है, वो की कर लगे, ग्रैविटी की वजह करके आपस के चक्कर लगाउण लग गई गैसां, जिस दे विचकार की पैदा हो गया, सूरज पैदा हो गया, तो आसे पासे उसके प्लैनेट्स आ गए। ठीक है जी, इस तरह ही इन्होंने विच दिता होया। हाँ जी, साइंटिस्ट बिलीव दैट सन इज़ मेड आउट ऑफ द मूविंग गैसेस क्लाउड्स विच इज़ कॉल्ड नैबूला। नैबूला तो बनया, रैसट ऑफ प्लैनेट्स आर आलसो सपोज टू बी मेड ऑफ दिस गैसेस क्लाउड। तो यह भी समझ आना जोड़े बाकी के प्लैनेट्स ने, वो भी किस तो बने ने, जोड़ा बाकी बचा क्लाउड से उस तो बन गए। विचकार की बन गया, उसके सूरज, तो बाकी जोड़े ग्रह से वो की कर लगे, उसका चक्कर लगाउण लग गए, किस दी वजह दे करके, ग्रैविटी की वजह करके। दे आर सपोज टू एग्जिस्ट ड्यू टू ग्रैविटेशन। ये किस दी वजह दे करके एग्जिस्ट करते हैं, ग्रैविटेशन की वजह दे करके, ग्रैविटी की वजह करके। दीज गैसेस एंड डस्टी क्लाउड्स हैव बीन मूविंग अराउंड फॉर मिलियन ऑफ ईयर्स। तो जोड़े ये गैसेस तो डस्टी क्लाउड सीगे, ठीक है, धूड़ दे नाल जां फिर गैसां दे नाल भरे हुए बदल सी, ये की करन लगे, चक्कर लगाउण लगे मिलियन ऑफ ईयर्स। तुहानूं दस ही दिता है, मैं पहला समझाता। द सन ड्यू टू इट्स लार्ज साइज कंट्रोल देयर मूवमेंट। तो इस करके सन जिहड़ा विचाले पैदा हो गया सीगा, उसका लार्ज साइज सीगा, वो इसकी मूवमेंट नूं कंट्रोल करन लग गया। दिस फोर्स इज़ कॉल्ड फोर्स ऑफ ग्रैविटेशन। तो जी इसकी कंट्रोल करने की फोर्स है, बाकी ग्रहों को कंट्रोल करके रखता गा आसे पासे अपने, उसनों आपां की कहने ग्रैविटेशनल फोर्स कहने हैं। क्योंकि बाकी जोड़े ग्रह ने वो सूरज का चक्कर लगाते हैं, सन का चक्कर लगाते हैं, किस वजह के करके लगाते हैं, ग्रैविटेशनल फोर्स की वजह करके लगाते हैं। हाँ जी, हैव यू सीन ए मूविंग टॉप, कि तुसीं घूमदा होया लाटू देखिया, ठीक है, घूमदा होया जिवें लाटू हुंदा गा। सिमिलरली दे मूव इन द स्पेस। इस तरह ही जोड़े बाकी ग्रह ने वो की कर रहे हैं, स्पेस के विच घूम रहे हैं, सूरज का चक्कर भी लगा रहे हैं, तो अपने आसे पासे भी घूम रहे हैं। एवरी प्लैनेट हैज़ इट्स ओन पाथ। हरेक ग्रह का अपना एक की होंदा, ग्रह पंध होंदा जां फिर रास्ता होंदा, जिस रास्ते के राही, जिस पाथ के राही वो की करदा, सन का चक्कर लगाउंदा। दिस पाथ इज़ नोन एज प्लैनेटरी पाथ। इस नूं आपां की कहने, एक प्लैनेटरी पाथ कहने हैं, की कहने, ग्रह चक्कर जां फिर ग्रह का पंध कहने हैं। जिस पंध दे विच वो की करदा गा, अपने तारे का चक्कर लगाउंदा, सन का चक्कर लगाउंदा। दे मूव एट देयर ओन स्पीड, दैट इज़ वाई एवरी प्लैनेट टेक्स इट्स ओन टाइम टू कंप्लीट इट्स रेवोल्यूशन। तो वह अपनी स्पीड के नाल ही घूमते हैं, जिस करके की हुंदा, हरेक ग्रह है जिहड़ा वो अपनी स्पीड के नाल ही चक्कर लगाउंदा वख-वख समय दे विच की करदा, वो रेवोल्यूशन कंप्लीट करदा। रेवोल्यूशन का मतलब की है, ग्रह की सूरज दुआले अपनी गति करन दा समा, उसनूं आपां की कहने, रेवोल्यूशन कहने हैं। जिवें पृथ्वी है जिहड़ी, वो 1 साल दे विच सन का चक्कर पूरा करती है, इस तरह बाकी ग्रह ने जिहड़े वो भी की करते हैं, सन का चक्कर पूरा करते हैं। चलो बेटा इन्ना कर लिया, आपां वीडियो लंबी हुंदी जा रही है, इस करके आपां नैक्सट पार्ट है जिहड़ा इसदा वो आपां अगली वीडियो दे विच करांगे। ओके बेटा, थैंक यू।